Punjabi Whiteboard presents डॉक्टर APJ अब्दुल कलाम दी जीवनी। ਭਾਰਤ ਦੇ ਬਹੁਤ ਹੀ ਹਰਮਨ ਪਿਆਰੇ ਰਾਸ਼ਟਰਪਤੀ ਤੇ ਮਿਸਾਈਲ ਮੈਨ ਦੇ ਤੌਰ ਤੇ ਜਾਣੇ ਜਾਂਦੇ ਡਾਕਟਰ ਕਲਾਮ ਭਾਰਤ ਦੇ ਮਹਾਨ ਵਿਗਿਆਨਿਕ ਸਨ। ਡਾਕਟਰ ਕਲਾਮ ਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ। ਆਓ ਉਹਨਾਂ ਦੀ ਜੀਵਨੀ ਦੇਖਦੇ ਹਾਂ। ਪਿਆਰੇ ਬੱਚਿਓ, ਭਾਰਤ ਦੇ ਇਸ ਮਹਾਨ ਵਿਗਿਆਨਿਕ ਦਾ ਜਨਮ 15 ਅਕਤੂਬਰ 1931 ਨੂੰ ਤਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਰਾਮੇਸ਼ਵਰਮ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਜੈਨੂਲਾਬਦੀਨ ਸੀ ਤੇ ਮਾਤਾ ਦਾ ਨਾਮ ਅਸ਼ੀਅੰਮਾ ਸੀ। ਡਾਕਟਰ ਕਲਾਮ ਦਾ ਪੂਰਾ ਨਾਮ ਅਬੁਲ ਪਾਕਰ ਜੈਨੂਲਾਬਦੀਨ ਅਬਦੁਲ ਕਲਾਮ ਸੀ। APJ ਅਬੁਲ ਪਾਕਰ ਜੈਨੂਲਾਬਦੀਨ ਅਬਦੁਲ ਕਲਾਮ। ਉਹਨਾਂ ਦੇ ਪਿਤਾ ਕਿਸ਼ਤੀਆਂ ਬਣਾਉਂਦੇ ਤੇ ਪਰਿਵਾਰ ਦਾ ਪਾਲਣਾ ਕਰਦੇ ਸਨ। ਇਸ ਤਰ੍ਹਾਂ ਜਿਹੜਾ ਹੈ ਉਹਨਾਂ ਦਾ ਪਰਿਵਾਰ ਇੱਕ ਗਰੀਬ ਪਰਿਵਾਰ ਸੀ। ਡਾਕਟਰ ਕਲਾਮ ਨੇ ਜਿਹੜੀ ਮੁੱਢਲੀ ਪੜ੍ਹਾਈ ਹੈ ਉਹ ਪਿੰਡ ਦੇ ਸਕੂਲ ਤੋਂ ਹੀ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਰਾਮਾਨਾਥਪੁਰਮ ਦੇ ਸਵਾਟਰਸ ਹਾਈ ਸੈਕੰਡਰੀ ਸਕੂਲ ਦੇ ਵਿੱਚ ਦਾਖਲਾ ਲਿਆ ਤੇ ਇੱਥੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ। 1954 ਦੇ ਵਿੱਚ ਉਹਨਾਂ ਨੇ ਸੈਂਟ ਜੋਜ਼ਫ ਕਾਲਜ ਤਿਰੂਚੰਨਪੱਲੀ ਤੋਂ BSc ਦੀ ਡਿਗਰੀ ਹਾਸਲ ਕੀਤੀ ਤੇ 1958 ਦੇ ਵਿੱਚ MIT ਮਦਰਾਸ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਏਰੋਸਪੇਸ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਡਾਕਟਰ ਕਲਾਮ ਨੂੰ ਜਿਹੜਾ ਹੈ ਪੜ੍ਹਾਈ ਦੇ ਦੌਰਾਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡੀ ਸਮੱਸਿਆ ਉਹਨਾਂ ਲਈ ਗਰੀਬੀ ਸੀ। ਇਸ ਸਮੱਸਿਆ ਤੋਂ ਪਾਰ ਪਾਉਣ ਲਈ ਉਹਨਾਂ ਨੇ ਇਮਲੀ ਦੇ ਬੀਜ ਇਕੱਠੇ ਕੀਤੇ ਤੇ ਉਹਨਾਂ ਨੂੰ ਵੇਚ ਕੇ ਇਸ ਤਰ੍ਹਾਂ ਜਿਹੜਾ ਪੈਸਾ ਮਿਲਦਾ ਉਸ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਆਪਣੇ ਚਚੇਰੇ ਭਰਾ ਨਾਲ ਅਖਬਾਰ ਵੰਡਣ ਦਾ ਵੀ ਕੰਮ ਕੀਤਾ। MIT ਦੇ ਵਿੱਚ ਦਾਖਲੇ ਦੇ ਦੌਰਾਨ ਜਦੋਂ ਉਹਨਾਂ ਨੂੰ ਫੀਸ ਦੀ ਜ਼ਰੂਰਤ ਸੀ ਤਾਂ ਉਹਨਾਂ ਕੋਲੇ ਪੈਸੇ ਨਹੀਂ ਸਨ ਤਾਂ ਇਹਨਾਂ ਦੀ ਭੈਣ ਜੋਹਰਾ ਨੇ ਆਪਣੇ ਗਹਿਣੇ ਵੇਚ ਕੇ ਉਹਨਾਂ ਦੀ ਫੀਸ ਹੈ ਜਿਹੜੀ ਭਰੀ। MIT ਵਿੱਚ ਪੜ੍ਹਦਿਆਂ ਨੇੜਿਓਂ ਹਮਲਾ ਕਰਨ ਵਾਲੇ ਜਹਾਜ਼ ਦਾ ਡਿਜ਼ਾਈਨ ਤਿਆਰ ਕਰਨਾ ਸੀ। ਇਹ ਜ਼ਿੰਮੇਵਾਰੀ ਡਾਕਟਰ ਕਲਾਮ ਨੂੰ ਮਿਲ ਗਈ। ਉਹਨਾਂ ਦੇ ਪ੍ਰੋਫੈਸਰ ਸਨ ਜਿਹੜੇ ਨਿਵਾਸਨ, ਉਹ ਉਹਨਾਂ ਦੇ ਕੰਮ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹੋਏ। ਡਾਕਟਰ ਕਲਾਮ ਨੇ ਮਾਫੀ ਮੰਗਦੇ ਹੋਏ 1 ਮਹੀਨੇ ਦਾ ਸਮਾਂ ਲਿਆ, ਪਰ ਪ੍ਰੋਫੈਸਰ ਸਾਹਿਬ ਗੁੱਸੇ ਵਿੱਚ ਆ ਗਏ ਤੇ ਕਹਿਣ ਲੱਗੇ ਜੇਕਰ ਇਹ ਕੰਮ 3 ਦਿਨਾਂ ਦੇ ਅੰਦਰ ਨਾ ਸਿਰੇ ਚੜਿਆ ਤਾਂ ਤੁਹਾਡਾ ਵਜ਼ੀਫਾ ਜਿਹੜਾ ਰੋਕ ਦਿੱਤਾ ਜਾਵੇਗਾ। ਡਾਕਟਰ ਕਲਾਮ ਉਸ ਵਕਤ ਵਜ਼ੀਫੇ ਦੇ ਸਿਰ ਤੇ ਹੀ ਪੜ੍ਹ ਰਹੇ ਸਨ। ਇਸ ਕਰਕੇ ਦਿਨ ਰਾਤ ਦੀ ਮਿਹਨਤ ਕਰਕੇ ਡਾਕਟਰ ਕਲਾਮ ਨੇ 3 ਦਿਨਾਂ ਦਾ ਕੰਮ 2 ਦਿਨ ਦੇ ਅੰਦਰ ਸਿਰੇ ਚਾੜ ਦਿੱਤਾ ਤੇ ਜਹਾਜ਼ ਦਾ ਡਿਜ਼ਾਈਨ ਤਿਆਰ ਕਰ ਦਿੱਤਾ। ਇਸ ਕੰਮ ਤੋਂ ਉਹਨਾਂ ਦੇ ਪ੍ਰੋਫੈਸਰ ਬਹੁਤ ਖੁਸ਼ ਹੋਏ ਤੇ ਇਸ ਤਰ੍ਹਾਂ ਸਾਨੂੰ ਪਤਾ ਚੱਲਦਾ ਹੈ ਕਿ ਡਾਕਟਰ ਕਲਾਮ ਲਗਨ ਤੇ ਮਿਹਨਤ ਨਾਲ ਅਸੰਭਵ ਨੂੰ ਵੀ ਸੰਭਵ ਕਰਨ ਦਿਖਾਉਣ ਦਾ ਚਮਤਕਾਰ ਕਰ ਸਕਦੇ ਸਨ। ਸੰਨ 1958 ਵਿੱਚ ਜਦੋਂ ਉਹਨਾਂ ਨੂੰ ਇੰਜੀਨੀਅਰਿੰਗ ਦੀ ਡਿਗਰੀ ਕਰ ਲਈ ਤਾਂ ਇਸ ਡਿਗਰੀ ਤੋਂ ਬਾਅਦ ਉਹਨਾਂ ਨੂੰ ਰੱਖਿਆ ਮੰਤਰਾਲੇ ਦੇ ਤਕਨੀਕੀ ਵਿਕਾਸ ਤੇ ਉਤਪਾਦਨ ਵਿੱਚ ਡਾਇਰੈਕਟਰ ਵਿੱਚ ਸਹਾਇਕ ਵਿਗਿਆਨਕ ਦੀ ਨੌਕਰੀ ਮਿਲ ਗਈ। ਇੱਥੇ ਉਹਨਾਂ ਨੇ ਪਹਿਲੇ ਸਾਲ ਹੀ ਪ੍ਰਾਦਵਨੀ ਲਕਸ਼ ਭੇਦੀ ਜਹਾਜ਼ ਦਾ ਡਿਜ਼ਾਈਨ ਤਿਆਰ ਕੀਤਾ। ਡਾਕਟਰ ਕਲਾਮ ਦੀ ਜਿਹੜੀ ਯੋਗਤਾ ਸੀ ਉਸ ਨੂੰ ਦੇਖਦੇ ਹੋਏ ਉਹਨਾਂ ਨੂੰ ਵਿਮਾਨਕੀ ਵਿਕਾਸ ਪ੍ਰਾਧਿਕਰਨ ਬੰਗਲੌਰ ਵਿੱਚ ਭੇਜ ਦਿੱਤਾ ਗਿਆ। ਇੱਥੇ ਉਹਨਾਂ ਨੇ ਡਾਕਟਰ OP ਮਹਿੰਦੀ ਰੱਤਾ ਦੀ ਅਗਵਾਈ ਦੇ ਵਿੱਚ ਸਵਦੇਸ਼ੀ ਹਾਵਰਕ੍ਰਾਫਟ ਯਾਨੀ ਕਿ ਮੰਡਰਾਉਣ ਵਾਲੇ ਜਹਾਜ਼ ਨੰਦੀ ਦਾ ਜਿਹੜਾ ਡਿਜ਼ਾਈਨ ਤਿਆਰ ਕੀਤਾ। ਇਸ ਤੋਂ ਪਿੱਛੋਂ ਉਹਨਾਂ ਦੀ ਨਿਯੁਕਤੀ ਰਾਕਟ ਇੰਜੀਨੀਅਰ ਦੇ ਰੂਪ ਦੇ ਵਿੱਚ ਹੋ ਗਈ। 6 ਮਹੀਨੇ ਬਾਅਦ ਹੀ ਉਹਨਾਂ ਨੂੰ ਨਾਸਾ ਭੇਜਿਆ ਗਿਆ ਤੇ ਉੱਥੋਂ ਵਾਪਸ ਆ ਕੇ ਉਹਨਾਂ ਨੇ ਕਈ ਰਾਕਟਾਂ ਦਾ ਜਿਹੜਾ ਸਫਲ ਪ੍ਰੀਖਣ ਕੀਤਾ। SLV-3 ਜਿਹੜਾ ਉਹਦਾ ਪ੍ਰੀਖਣ ਵੀ ਉਹਨਾਂ ਦੇ ਹੱਥ ਹੀ ਸੀਗਾ। 1959 ਦੇ ਵਿੱਚ ਡਾਕਟਰ ਕਲਾਮ ਹੈ ਜਿਹੜਾ ਭਾਰਤੀ ਅੰਤਰਿਕਸ਼ ਅਨੁਸੰਧਾਨ ਸਮਿਤੀ ISRO ਦੇ ਵਿੱਚ ਚਲੇ ਗਏ। ਉਹਨਾਂ ਦੀ ਅਗਵਾਈ ਦੇ ਵਿੱਚ 1980 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਰੋਹਿਣੀ ਜਿਹੜਾ ਹੈ
ਅੰਤਰਿਕਸ਼ ਦੇ ਵਿੱਚ ਸਥਾਪਿਤ ਕੀਤਾ। ਅਸਲ 'ਚ ਬੱਚਿਓ ਭਾਰਤ ਦਾ ਪਹਿਲਾ ਉਪਗ੍ਰਹਿ ਆਰਿਆ ਭੱਟਾ ਸੀ, ਪਰ ਉਹ ਭਾਰਤ ਤੋਂ ਨਹੀਂ ਸਗੋਂ ਰੂਸ ਦੀ ਸਹਾਇਤਾ ਨਾਲ ਰੂਸ ਵਿੱਚ ਹੀ ਉਸ ਨੂੰ ਕਕਸ਼ਾ ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਜਿਹੜਾ ਰੋਹਿਣੀ ਹੈ ਤਿਆਰ ਵੀ ਭਾਰਤ 'ਚ ਹੋਇਆ ਤੇ ਇਸ ਨੂੰ ਜਿਹੜਾ ਹੈ ਅੰਤਰਿਕਸ਼ ਵਿੱਚ ਭਾਰਤ ਨੇ ਖੁਦ ਹੀ ਭੇਜਿਆ ਸੀ। ਇਸ ਤੋਂ ਬਾਅਦ 1980 ਦੇ ਵਿੱਚ ਉਹਨਾਂ ਨੇ SLV-3 ਉਪਗ੍ਰਹਿ ਦਾ ਸਫਲ ਪ੍ਰੀਖਣ ਕੀਤਾ ਇਸਰੋ ਦੇ ਵਿੱਚ ਰਹਿੰਦੇ ਹੋਏ ਹੀ। SLV ਅਸਲ ਦੇ ਵਿੱਚ ਸੈਟੇਲਾਈਟ ਲਾਂਚ ਵਹੀਕਲ ਹੁੰਦਾ ਹੈ। ਇਹ ਵਹੀਕਲ ਹੈ ਜਿਹੜਾ ਜਿਸ ਤਰ੍ਹਾਂ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਇੱਕ ਸਵਾਰੀ ਲੈ ਕੇ ਜਾਂਦੇ ਹਾਂ, ਇਸੇ ਤਰ੍ਹਾਂ ਇਹ ਜਿਹੜਾ ਸੈਟੇਲਾਈਟ ਵਹੀਕਲ ਹੈ ਇਹ ਉਪਗ੍ਰਹਿਾਂ ਨੂੰ ਲੈ ਕੇ ਜਾਂਦਾ ਹੈ ਤੇ ਉੱਪਰ ਅੰਤਰਿਕਸ਼ ਦੇ ਵਿੱਚ ਉਹਨਾਂ ਨੂੰ ਛੱਡ ਕੇ ਆਉਂਦਾ ਹੈ। ਤਾਂ ਇਸ ਤਰ੍ਹਾਂ ਭਾਰਤ ਨੇ ਆਪਣਾ SLV-3 ਉਪਗ੍ਰਹਿ ਹੈ ਜਿਹੜਾ ਸੈਟੇਲਾਈਟ ਵਹੀਕਲ ਉਸ ਨੂੰ 1980 ਦੇ ਵਿੱਚ ਤਿਆਰ ਕਰਕੇ ਸਫਲਤਾਪੂਰਨ ਇਸ ਦਾ ਵੀ ਪ੍ਰੀਖਣ ਕਰ ਲਿਆ। 1982 ਦੇ ਵਿੱਚ ਬੱਚਿਓ DRDL ਦੇ ਨਿਰਦੇਸ਼ਕ ਬਣਾਇਆ ਗਿਆ ਡਾਕਟਰ ਕਲਾਮ ਨੂੰ। ਇੱਥੇ ਉਹਨਾਂ ਨੇ ਬਹੁਤ ਸਾਰੀਆਂ ਮਿਜ਼ਾਈਲਾਂ ਦਾ ਉੱਤੇ ਕੰਮ ਕੀਤਾ, ਜਿਨ੍ਹਾਂ ਦੇ ਵਿੱਚ ਤਰਸ਼ੂਲ, ਪ੍ਰਿਥਵੀ, ਅਗਨੀ, ਨਾਗ ਤੇ ਆਕਾਸ਼ ਹਨ। ਇਹਨਾਂ ਵਿੱਚੋਂ ਪ੍ਰਿਥਵੀ ਤੇ ਅਗਨੀ ਦਾ ਡਿਜ਼ਾਈਨ ਤਿਆਰ ਕਰਨ ਦਾ ਸਿਹਰਾ ਜਿਹੜਾ ਉਹ ਡਾਕਟਰ ਕਲਾਮ ਦੇ ਸਿਰ ਹੀ ਵੱਜਦਾ ਹੈ। ਉਹਨਾਂ ਨੇ ਜਿਹੜੀ ਯੋਗਦਾਨ ਦਿੱਤਾ, ਇਸ ਕਰਕੇ ਉਹਨਾਂ ਨੂੰ ਭਾਰਤ ਦਾ ਮਿਜ਼ਾਈਲ ਮੈਨ ਕਿਹਾ ਗਿਆ। ਦੇਸੀ ਮਿਜ਼ਾਈਲਾਂ ਨੂੰ ਬਣਾਉਣ ਵਿੱਚ ਜਿਹੜਾ ਹੈ ਜਿਨ੍ਹਾਂ ਦੇ ਨਾਮ ਅਸੀਂ ਦੇਖੇ ਨੇ ਤਰਸ਼ੂਲ, ਪ੍ਰਿਥਵੀ, ਅਗਨੀ, ਨਾਗ ਤੇ ਆਕਾਸ਼, ਇਹਨਾਂ ਨੂੰ ਬਣਾਉਣ ਦੇ ਵਿੱਚ ਡਾਕਟਰ ਕਲਾਮ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਜਿਹੜੀ ਹੈ ਤਕਨੀਕ ਹੈ ਉਹਨਾਂ ਦਾ ਸਿਹਰਾ ਡਾਕਟਰ ਕਲਾਮ ਦੇ ਸਿਰ ਹੀ ਵੱਜਦਾ ਹੈ। ਇਹ ਜਿਹੜੇ ਮਿਜ਼ਾਈਲਾਂ ਦੇ ਡਿਜ਼ਾਈਨ ਹੈ ਭਾਰਤ ਦੀਆਂ ਮਿਜ਼ਾਈਲਾਂ ਹਨ, ਅਗਨੀ ਤੋਂ ਲੈ ਕੇ ਇਹ ਪ੍ਰਿਥਵੀ, ਇਹ ਅਗਨੀ, ਨਾਗ, ਤਰਸ਼ੂਲ ਵਗੈਰਾ। ਤਾਂ ਇਹ ਜਿਹੜੀਆਂ ਮਿਜ਼ਾਈਲਾਂ ਨੇ ਭਾਰਤ ਦੇ ਵਿੱਚ ਬਣੀਆਂ, ਉਹਨਾਂ ਦੇ ਸਫਲ ਪ੍ਰੀਖਣ ਹੋਏ ਤੇ ਭਾਰਤ ਦੇ ਜਿਹੜਾ ਰੱਖਿਆ ਦੇ ਮਾਮਲੇ ਦੇ ਵਿੱਚ ਮੋਹਰੀ ਦੇਸ਼ਾਂ ਦੀ ਸ਼੍ਰੇਣੀ ਦੇ ਵਿੱਚ ਆ ਗਿਆ। 1958 ਦੇ ਵਿੱਚ ਭਾਰਤ ਨੇ ਪੋਖਰਣ ਦੇ ਵਿੱਚ ਜਿਹੜਾ ਪਰਮਾਣੂ ਪ੍ਰੀਖਣ ਕੀਤਾ, ਉਹਦੇ ਵਿੱਚ ਵੀ ਡਾਕਟਰ ਕਲਾਮ ਦਾ ਹੀ ਹੱਥ ਸੀ। ਤੇ ਇਸ ਪ੍ਰੀਖਣ ਤੋਂ ਬਾਅਦ ਸਾਡਾ ਦੇਸ਼ ਪਰਮਾਣੂ ਸ਼ਕਤੀ ਸੰਪੰਨ ਦੇਸ਼ ਬਣ ਗਿਆ ਤੇ ਦੁਨੀਆ ਦੇ ਕੁਝ 4-5 ਦੇਸ਼ਾਂ ਦੇ ਵਿੱਚੋਂ ਉਸ ਵਕਤ ਆਪਣਾ ਦੇਸ਼ ਸੀ। ਡਾਕਟਰ ਕਲਾਮ ਦੀ ਯੋਗਤਾ, ਉਹਨਾਂ ਦੇ ਕੰਮ ਦੀ ਲਗਨ, ਉਹਨਾਂ ਦਾ ਜਿਹੜਾ ਯੋਗਦਾਨ ਸੀ ਦੇਸ਼ ਦੇ ਵਿੱਚ, ਉਸ ਨੂੰ ਦੇਖਦਿਆਂ ਹੋਇਆ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਨੇ ਸਨਮਾਨ ਮਿਲੇ ਬੱਚਿਓ। 1981 ਦੇ ਵਿੱਚ ਉਹਨਾਂ ਨੂੰ ਪਦਮ ਭੂਸ਼ਣ ਦਿੱਤਾ ਗਿਆ। 1990 ਦੇ ਵਿੱਚ ਪਦਮ ਵਿਭੂਸ਼ਣ ਦਾ ਅਵਾਰਡ ਦਿੱਤਾ ਗਿਆ। 1997 ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। 2000 ਦੇ ਵਿੱਚ ਰਾਮਾਨੁਜਮ ਪੁਰਸਕਾਰ ਉਹਨਾਂ ਨੂੰ ਮਿਲਿਆ। 1907 ਦੇ ਵਿੱਚ ਡਾਕਟਰ ਆਫ ਸਾਇੰਸ ਦੀ ਜਿਹੜੀ ਹੈ ਉਪਾਧੀ ਉਹਨਾਂ ਨੂੰ ਮਿਲੀ ਲੰਡਨ ਦੀ ਯੂਨੀਵਰਸਿਟੀ ਤੋਂ। ਤੇ 1914 ਦੇ ਵਿੱਚ ਹੂਵਰ ਮੈਡਲ ਐਸਮੇ ਅਮਰੀਕਾ ਦੀ ਸੰਸਥਾ ਹੈ ਉਸਨੇ ਇਹਨਾਂ ਨੂੰ ਦਿੱਤਾ। 25 ਜੁਲਾਈ 2002 ਨੂੰ ਡਾਕਟਰ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਚੁਣੇ ਗਏ। 11ਵੇਂ ਰਾਸ਼ਟਰਪਤੀ ਸਨ ਤੇ 25 ਜੁਲਾਈ 2002 ਨੂੰ ਉਹ ਰਾਸ਼ਟਰਪਤੀ ਬਣੇ। ਉਹਨਾਂ ਦੀ ਜਦੋਂ ਸਹੁੰ ਚੁਕਾਈ ਜਾ ਰਹੀ ਸੀ ਤਾਂ ਉਹਨਾਂ ਦੇ ਅਧਿਆਪਕ ਫਾਦਰ ਲਿਓਨਾਰਡੋ ਵੀ ਉੱਥੇ ਸ਼ਾਮਲ ਸਨ। ਉਹਨਾਂ ਨੇ ਡਾਕਟਰ ਕਲਾਮ ਬਾਰੇ ਕਿਹਾ ਸੀ, ਡਾਕਟਰ ਕਲਾਮ ਵਰਗੇ ਵਿਦਿਆਰਥੀ ਕਿਸੇ ਗੁਰੂ ਨੂੰ ਕਰਮਾਂ ਨਾਲ ਹੀ ਮਿਲਦੇ ਹਨ। ਮੇਰਾ ਵਿਦਿਆਰਥੀ ਮੇਰੀਆਂ ਅੱਖਾਂ ਦੇ ਸਾਹਮਣੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕ ਰਿਹਾ ਹੈ। ਇਸ ਤੋਂ ਵੱਡੀ ਗੁਰੂ ਦਕਸ਼ਨਾ ਹੋਰ ਕੀ ਹੋ ਸਕਦੀ ਹੈ। ਇਹ ਕੋਈ ਮਾਮੂਲੀ ਜਿਹੜੀ ਹੈ ਗੱਲ ਨਹੀਂ ਹੈ। ਤਾਂ ਇਸ ਤਰ੍ਹਾਂ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਬਹੁਤ ਜ਼ਿਆਦਾ ਜਨਤਾ ਦੇ ਵਿੱਚ ਹਰਮਨ ਪਿਆਰੇ ਹੋ ਗਏ ਤੇ ਉਹਨਾਂ ਨੂੰ ਜਨਤਾ ਦਾ ਰਾਸ਼ਟਰਪਤੀ ਕਿਹਾ ਗਿਆ।
ਇਸ ਕਾਰਜ ਤੋਂ ਬਾਅਦ ਡਾਕਟਰ ਕਲਾਮ ਨੇ ਕਈ ਕਿਤਾਬਾਂ ਲਿਖੀਆਂ। ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੀ ਸੂਚੀ ਬਹੁਤ ਲੰਬੀ ਹੈ। ਉਹਨਾਂ ਦੀਆਂ ਪ੍ਰਮੁੱਖ ਕਿਤਾਬਾਂ ਦੇ ਨਾਮ ਇਸ ਪ੍ਰਕਾਰ ਹਨ: ਏ ਵਿਜ਼ਨ ਫॉर ਨਿਊ ਮਿਲੇਨੀਅਮ, ਵਿੰਗਸ ਆਫ ਫਾਇਰ, ਇਗਨਾਈਟਿਡ ਮਾਈਂਡ, ਮਿਸ਼ਨ ਆਫ ਇੰਡੀਆ, ਮਾਈ ਜਰਨੀ। ਪਿਆਰੇ ਬੱਚਿਓ, ਜਦੋਂ ਡਾਕਟਰ ਕਲਾਮ ਰਾਸ਼ਟਰਪਤੀ ਤੋਂ ਰਿਟਾਇਰ ਹੋਏ, ਉਸ ਤੋਂ ਬਾਅਦ ਵੀ ਉਹਨਾਂ ਨੇ ਇੱਕ ਅਧਿਆਪਕ ਦੇ ਤੌਰ ਤੇ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ। IIM ਸ਼ਿਲੌਂਗ, IIM ਅਹਿਮਦਾਬਾਦ, IIM ਇੰਦੌਰ, IIS ਬੰਗਲੌਰ ਦੇ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਹਨਾਂ ਸੰਸਥਾਵਾਂ ਦੇ ਵਿੱਚ ਉਹਨਾਂ ਦੇ ਲੈਕਚਰ ਹੁੰਦੇ ਸਨ। ਇਸ ਤੋਂ ਇਲਾਵਾ ਵੀ ਬਨਾਰਸ ਹਿੰਦੂ ਯੂਨੀਵਰਸਿਟੀ ਤੇ ਅੰਨਾ ਯੂਨੀਵਰਸਿਟੀ ਵਿੱਚ ਵੀ ਉਹਨਾਂ ਨੇ ਪੜ੍ਹਾਇਆ। IIM ਸ਼ਿਲੌਂਗ ਦੇ ਵਿੱਚ, ਯਾਨੀ ਕਿ ਭਾਰਤੀ ਪ੍ਰਬੰਧ ਸੰਸਥਾਨ ਸ਼ਿਲੌਂਗ ਦੇ ਵਿੱਚ 27 ਜੁਲਾਈ 2015 ਦੀ ਗੱਲ ਹੈ, ਜਦੋਂ ਉਹ ਉੱਥੇ ਲੈਕਚਰ ਦੇ ਰਹੇ ਸਨ। ਲੈਕਚਰ ਦਾ ਵਿਸ਼ਾ ਸੀ ਰਹਿਣਯੋਗ ਗ੍ਰਹਿ, ਯਾਨੀ ਧਰਤੀ ਤੇ ਜੀਵਨ, ਰਹਿਣਯੋਗ ਗ੍ਰਹਿ। ਇਸ ਵਿਸ਼ੇ ਦੇ ਉੱਤੇ ਉਹ ਲੈਕਚਰ ਦੇ ਰਹੇ ਸਨ। ਤਾਂ ਉਸੇ ਦਿਨ ਯਾਨੀ 27 ਜੁਲਾਈ 2015 ਨੂੰ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਰਕੇ ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਤੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਮ੍ਰਿਤਕ ਸਰੀਰ ਦਿੱਲੀ ਲਿਆਂਦਾ ਗਿਆ। ਦਿੱਲੀ ਤੋਂ ਬਾਅਦ ਰਾਮੇਸ਼ਵਰਮ ਦੇ, ਜਿੱਥੇ ਉਹਨਾਂ ਦਾ ਜਨਮ ਹੋਇਆ ਸੀ, ਉਸੇ ਪਿੰਡ ਦੇ KP ਕਰੁੰਬੂ ਗਰਾਊਂਡ ਦੇ ਵਿੱਚ 30 ਜੁਲਾਈ 2015 ਨੂੰ ਰਾਸ਼ਟਰੀ ਸਨਮਾਨ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ। ਉਹਨਾਂ ਨੂੰ ਉੱਥੇ ਦਫਨਾਇਆ ਗਿਆ। ਸਦਾ ਹੱਸਦੇ ਰਹਿਣ ਵਾਲੇ ਡਾਕਟਰ ਕਲਾਮ ਇੱਕ ਅਨੁਸ਼ਾਸਨ ਵਿੱਚ ਰਹਿਣ ਵਾਲੇ ਵਿਅਕਤੀ ਸਨ। ਉਹ ਸਾਰੇ ਧਰਮਾਂ ਦਾ ਆਦਰ ਕਰਦੇ ਸਨ। ਉਹਨਾਂ ਨੇ ਬਹੁਤ ਸਾਰੇ ਵਿਚਾਰ ਸਾਨੂੰ ਦਿੱਤੇ, ਜਿਨ੍ਹਾਂ ਦੇ ਵਿੱਚੋਂ ਕੁਝ ਮੁੱਖ ਇਸ ਪ੍ਰਕਾਰ ਹਨ: ਇਨਸਾਨ ਨੂੰ ਮੁਸ਼ਕਲਾਂ ਦੀ ਲੋੜ ਹੁੰਦੀ ਹੈ, ਕਿਉਂਕਿ ਜਿੱਤ ਦਾ ਆਨੰਦ ਲੈਣ ਲਈ ਇਹ ਜ਼ਰੂਰੀ ਹਨ। ਉਹਨਾਂ ਦਾ ਇੱਕ ਹੋਰ ਵਿਚਾਰ ਹੈ: ਸਿਖਰ ਤੱਕ ਪਹੁੰਚਣ ਲਈ ਤਾਕਤ ਚਾਹੀਦੀ ਹੈ। ਉਹ ਸਿਖਰ ਚਾਹੇ ਮਾਊਂਟ ਐਵਰੈਸਟ ਦਾ ਹੋਵੇ ਜਾਂ ਤੁਹਾਡੇ ਕਿੱਤੇ ਦਾ, ਭਾਵ ਕੰਮ ਦਾ। ਇੰਤਜ਼ਾਰ ਕਰਨ ਵਾਲਿਆਂ ਨੂੰ ਉਹੀ ਮਿਲਦਾ ਹੈ ਜਿਹੜੇ ਕੋਸ਼ਿਸ਼ ਕਰਨ ਵਾਲੇ ਛੱਡ ਜਾਂਦੇ ਹਨ। ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ। ਉਹਨਾਂ ਦਾ ਅਗਲਾ ਵਿਚਾਰ ਹੈ: ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਸੀਂ ਸੌਂਦੇ ਹੋਏ ਦੇਖਦੇ ਹੋ, ਸੁਪਨੇ ਉਹ ਹੁੰਦੇ ਹਨ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ। ਅਗਲਾ ਵਿਚਾਰ: ਵਿਦਿਆਰਥੀਆਂ ਦੀਆਂ ਸਭ ਤੋਂ ਜ਼ਰੂਰੀ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ ਪ੍ਰਸ਼ਨ ਪੁੱਛਣਾ। ਤਾਂ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛਣੇ ਚਾਹੀਦੇ ਹਨ। ਇਹ ਸੀਗੀ ਬੱਚਿਓ ਡਾਕਟਰ ਕਲਾਮ, ਭਾਰਤ ਦੇ ਮਹਾਨ ਵਿਗਿਆਨਿਕ ਤੇ ਰਾਸ਼ਟਰਪਤੀ ਡਾਕਟਰ ਕਲਾਮ ਦੀ ਜੀਵਨੀ। ਇਸ ਜੀਵਨੀ ਦੇ ਉੱਤੇ ਆਧਾਰਿਤ ਪ੍ਰਸ਼ਨ ਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ। ਪ੍ਰਸ਼ਨ ਹੈ: ਡਾਕਟਰ ਕਲਾਮ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਇਸ ਦਾ ਉੱਤਰ ਹੈ ਜੀ, ਡਾਕਟਰ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਰਾਮੇਸ਼ਵਰਮ ਵਿੱਚ ਹੋਇਆ। ਪ੍ਰਸ਼ਨ: ਡਾਕਟਰ APJ ਅਬਦੁਲ ਕਲਾਮ ਦਾ ਪੂਰਾ ਨਾਮ ਕੀ ਸੀ? ਤਾਂ APJ ਤੋਂ ਇਹਦੀ ਫੁੱਲ ਫਾਰਮ ਬਣਦੀ ਹੈ ਬੱਚਿਓ, A ਤੋਂ ਅਬੁਲ, P ਤੋਂ ਪਾਕਿਰ, J ਤੋਂ ਜੈਨੂਲਾਬਦੀਨ, ਜਿਹੜਾ ਕਿ ਉਹਨਾਂ ਦੇ ਪਿਤਾ ਦਾ ਨਾਮ ਸੀ। ਤਾਂ ਉਹਨਾਂ ਦਾ ਪੂਰਾ ਨਾਮ ਸੀ ਡਾਕਟਰ ਅਬੁਲ ਪਾਕਰ ਜੈਨੂਲਾਬਦੀਨ ਅਬਦੁਲ ਕਲਾਮ। ਪ੍ਰਸ਼ਨ: ਡਾਕਟਰ ਕਲਾਮ ਦੇ ਮਾਤਾ ਤੇ ਪਿਤਾ ਦਾ ਨਾਮ ਦੱਸੋ। ਇਸ ਦਾ ਉੱਤਰ ਹੈ ਡਾਕਟਰ ਕਲਾਮ ਦੇ ਪਿਤਾ ਦਾ ਨਾਮ ਜੈਨੂਲਾਬਦੀਨ ਤੇ ਮਾਤਾ ਦਾ ਨਾਮ ਅਸ਼ੀਅਮਾ ਸੀ। ਅਗਲਾ ਪ੍ਰਸ਼ਨ: ਬਚਪਨ ਵਿੱਚ ਡਾਕਟਰ ਕਲਾਮ ਨੂੰ ਪੜ੍ਹਾਈ ਦੇ ਨਾਲ ਹੋਰ ਕੀ ਕੰਮ ਕਰਨਾ ਪਿਆ? ਤਾਂ ਇਸ ਦਾ ਉੱਤਰ ਹੈ ਬੱਚਿਓ, ਘਰ ਵਿੱਚ ਗਰੀਬੀ ਹੋਣ ਕਰਕੇ ਡਾਕਟਰ ਕਲਾਮ ਬਚਪਨ ਵਿੱਚ ਪੜ੍ਹਾਈ ਦੇ ਨਾਲ ਇਮਲੀ ਦੇ ਬੀਜ ਇਕੱਠੇ ਕਰਕੇ ਦੁਕਾਨ ਉੱਤੇ ਵੇਚਦੇ
ਤੇ ਇਸ ਤੋਂ ਇਲਾਵਾ ਆਪਣੇ ਚਚੇਰੇ ਭਰਾ ਨਾਲ ਅਖਬਾਰਾਂ ਵੰਡਣ ਦਾ ਕੰਮ ਵੀ ਕਰਦੇ ਸਨ। ਅਗਲਾ ਪ੍ਰਸ਼ਨ, ਡਾਕਟਰ ਕਲਾਮ ਨੂੰ ਪੜ੍ਹਾਈ ਲਈ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਇਹਨਾਂ ਦਾ ਹੱਲ ਕਿਸ ਤਰ੍ਹਾਂ ਹੋਇਆ? ਤਾਂ ਇਸ ਦਾ ਉੱਤਰ ਹੈ ਬੱਚਿਓ, ਡਾਕਟਰ ਕਲਾਮ ਦੀ ਪੜ੍ਹਾਈ ਦੇ ਰਸਤੇ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਘਰ ਦੀ ਗਰੀਬੀ ਸੀ। ਇਸ ਲਈ ਉਹਨਾਂ ਨੇ ਇਮਲੀ ਦੇ ਬੀਜ ਇਕੱਠੇ ਕਰਕੇ ਵੇਚੇ ਤੇ ਦੂਜੇ ਉਹ ਆਪਣੇ ਭਰਾ ਨਾਲ ਅਖਬਾਰਾਂ ਵੰਡਣ ਦਾ ਕੰਮ ਕਰਦੇ ਸਨ। ਉਚੇਰੀ ਵਿੱਦਿਆ ਦੇ ਸਮੇਂ ਯਾਨੀ MIT ਦੇ ਵਿੱਚ ਦਾਖਲੇ ਦੇ ਸਮੇਂ ਜਦੋਂ ਫੀਸ ਲਈ ਜ਼ਰੂਰਤ ਸੀ ਪੈਸਿਆਂ ਦੀ, ਤਾਂ ਉਹਨਾਂ ਦੀ ਭੈਣ ਨੇ ਗਹਿਣੇ ਵੇਚ ਕੇ ਉਹਨਾਂ ਦੀ ਫੀਸ ਭਰੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਡਾਕਟਰ ਕਲਾਮ ਦੀ ਭੈਣ ਨੇ ਉਹਨਾਂ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ? ਡਾਕਟਰ ਕਲਾਮ ਦੀ ਉਚੇਰੀ ਵਿੱਦਿਆ ਸਮੇਂ ਫੀਸ ਭਰਨ ਲਈ ਪੈਸੇ ਨਹੀਂ ਸਨ। ਉਹਨਾਂ ਦੀ ਭੈਣ ਜੋਹਰਾ ਨੇ ਗਹਿਣੇ ਵੇਚ ਕੇ ਉਹਨਾਂ ਦੀ ਮਦਦ ਕੀਤੀ। ਅਗਲਾ ਪ੍ਰਸ਼ਨ, ਡਾਕਟਰ ਕਲਾਮ ਨੇ ਕਿਹੜੇ-ਕਿਹੜੇ ਅਹੁਦਿਆਂ ਤੇ ਕੰਮ ਕੀਤਾ? ਇਸ ਦਾ ਉੱਤਰ ਹੈ ਬੱਚਿਓ, ਡਾਕਟਰ ਕਲਾਮ ਸਭ ਤੋਂ ਪਹਿਲਾਂ ਜਦੋਂ ਉਹਨਾਂ ਦੀ ਇੰਜੀਨੀਅਰਿੰਗ ਦੀ ਡਿਗਰੀ ਹੋਈ ਤਾਂ ਰੱਖਿਆ ਮੰਤਰਾਲੇ ਵਿੱਚ ਸਹਾਇਕ ਵਿਗਿਆਨੀ ਦੇ ਪਦ ਤੇ ਨਿਯੁਕਤ ਹੋਏ। ਉਹਨਾਂ ਦੀ ਨਿਯੁਕਤੀ ਇਸ ਤੋਂ ਬਾਅਦ ਭਾਰਤੀ ਅੰਤਰਿਕਸ਼ ਅਨੁਸੰਧਾਨ ਸਮਿਤੀ ਵਿੱਚ ਯਾਨੀ ਇਸਰੋ ਦੇ ਵਿੱਚ ਬਤੌਰ ਰਾਕਟ ਇੰਜੀਨੀਅਰ ਹੋਈ। ਜੂਨ 82 ਵਿੱਚ ਉਹ DRDL ਦੇ ਨਿਰਦੇਸ਼ਕ ਚੁਣੇ ਗਏ ਤੇ ਇਸ ਤੋਂ ਬਾਅਦ 25 ਜੁਲਾਈ 2002 ਨੂੰ ਉਹ ਭਾਰਤ ਦੇ ਰਾਸ਼ਟਰਪਤੀ ਬਣੇ 11ਵੇਂ। ਪ੍ਰਸ਼ਨ, ਡਾਕਟਰ ਕਲਾਮ ਨੂੰ ਕਿਹੜੇ-ਕਿਹੜੇ ਸਨਮਾਨ ਪ੍ਰਾਪਤ ਹੋਏ? ਇਸ ਦਾ ਉੱਤਰ ਹੈ ਜੀ, ਡਾਕਟਰ ਕਲਾਮ ਨੂੰ ਭਾਰਤ ਸਰਕਾਰ ਵੱਲੋਂ 1981 ਦੇ ਵਿੱਚ ਪਦਮ ਭੂਸ਼ਣ, 1990 ਦੇ ਵਿੱਚ ਪਦਮ ਵਿਭੂਸ਼ਣ, 1997 ਦੇ ਵਿੱਚ ਭਾਰਤ ਦਾ ਸਭ ਤੋਂ ਉੱਚਾ ਸਨਮਾਨ ਭਾਰਤ ਰਤਨ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਦੁਨੀਆ ਭਰ ਦੀਆਂ 40 ਯੂਨੀਵਰਸਿਟੀਆਂ ਨੇ ਉਹਨਾਂ ਨੂੰ ਡਾਇਰੈਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ਪ੍ਰਸ਼ਨ ਹੈ, ਡਾਕਟਰ ਕਲਾਮ ਕਦੋਂ ਭਾਰਤ ਦੇ ਰਾਸ਼ਟਰਪਤੀ ਬਣੇ? ਇਸ ਦਾ ਉੱਤਰ ਹੈ ਜੀ, ਡਾਕਟਰ ਕਲਾਮ 25 ਜੁਲਾਈ 2002 ਨੂੰ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ। ਪ੍ਰਸ਼ਨ, ਡਾਕਟਰ ਕਲਾਮ ਦੀ ਮੌਤ ਕਦੋਂ ਤੇ ਕਿੱਥੇ ਹੋਈ? ਇਸ ਦਾ ਉੱਤਰ ਹੈ ਜੀ, ਡਾਕਟਰ ਕਲਾਮ ਦੀ ਮੌਤ 27 ਜੁਲਾਈ 2015 ਨੂੰ ਸ਼ਿਲੌਂਗ ਵਿੱਚ ਹੋਈ। ਉਸ ਸਮੇਂ ਉਹ ਰਹਿਣਯੋਗ ਗ੍ਰਹਿ ਵਿਸ਼ੇ ਤੇ ਲੈਕਚਰ ਦੇ ਰਹੇ ਸਨ ਤਾਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ। ਇਸ ਪਾਠ ਦੇ ਵਿੱਚ ਕੁਝ ਸ਼ਬਦ ਆਏ ਹਨ, ਉਹਨਾਂ ਦੀ ਵਾਕਾਂ ਵਿੱਚ ਵਰਤੋਂ ਕਰੋ। ਇਹ ਹਨ ਸੁਪਨਾ, ਮਿਹਨਤ, ਭਵਿੱਖਬਾਣੀ, ਕਿੱਸਾ, ਅੰਤਰਿਕਸ਼, ਉਪਾਧੀ ਤੇ ਗਵਾਹੀ। ਤਾਂ ਬੱਚਿਓ ਇਹਨਾਂ ਦੀ ਵਾਕਾਂ ਵਿੱਚ ਵਰਤੋਂ ਇਸ ਪ੍ਰਕਾਰ ਹੈ, ਤੁਸੀਂ ਖੁਦ ਵੀ ਇਹਨਾਂ ਦੇ ਵਾਕ ਬਣਾ ਸਕਦੇ ਹੋ। ਪਹਿਲਾ ਹੈ ਸੁਪਨਾ, ਸੁਪਨਾ ਯਾਨੀ ਖਾਬ। ਡਾਕਟਰ ਕਲਾਮ ਦਾ ਵਿਚਾਰ ਸੀ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਸੁੱਤਿਆਂ ਪਿਆਂ ਨੂੰ ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਦੂਸਰਾ ਹੈ ਮਿਹਨਤ, ਬਹੁਤ ਕੰਮ ਕਰਨਾ, ਕਿਰਤ। ਮਿਹਨਤ ਦੀ ਕਮਾਈ ਮੁਫਤ ਦੀ ਕਮਾਈ ਨਾਲੋਂ ਕਿਤੇ ਵਧੇਰੇ ਚੰਗੀ ਹੁੰਦੀ ਹੈ। ਤੀਸਰਾ ਭਵਿੱਖਬਾਣੀ, ਇਸ ਦਾ ਅਰਥ ਹੁੰਦਾ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਘਟਨਾ ਨੂੰ ਪਹਿਲਾਂ ਹੀ ਦੱਸ ਦੇਣਾ। ਤਾਂ ਡਾਕਟਰ ਕਲਾਮ ਦੇ ਸਕੂਲ ਅਧਿਆਪਕ ਨੇ ਉਹਨਾਂ ਦੀ ਗਣਿਤ ਵਿੱਚ ਪ੍ਰਵੀਨਤਾ ਦੇਖ ਕੇ ਭਵਿੱਖਬਾਣੀ ਕੀਤੀ ਕਿ ਇਹ ਬੱਚਾ ਵੱਡਾ ਹੋ ਕੇ ਆਪਣੇ ਸਕੂਲ ਦਾ ਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰੇਗਾ। ਇਸ ਤੋਂ ਅਗਲਾ ਸ਼ਬਦ ਹੈ ਕਿੱਸਾ ਭਾਵ ਕਹਾਣੀ। ਵਾਰਿਸ ਸ਼ਾਹ ਦਾ ਕਿੱਸਾ ਹੀਰ ਪੰਜਾਬੀ ਸਾਹਿਤ ਦੀ ਇੱਕ ਸ਼ਾਹਕਾਰ ਰਚਨਾ ਹੈ, ਇੱਕ ਪ੍ਰਸਿੱਧ ਰਚਨਾ ਹੈ। ਅੰਤਰਿਕਸ਼ ਪੁਲਾੜ, ਕਲਪਨਾ ਚਾਵਲਾ ਨੇ 2 ਵਾਰੀ ਅੰਤਰਿਕਸ਼ ਵਿੱਚ ਉਡਾਨ ਭਰੀ। ਉਪਾਧੀ ਖਿਤਾਬ, ਡਾਕਟਰ ਕਲਾਮ ਨੂੰ 1997 ਵਿੱਚ ਭਾਰਤ ਦੀ ਸਭ ਤੋਂ ਵੱਡੀ ਉਪਾਧੀ ਭਾਰਤ ਰਤਨ ਦਿੱਤੀ ਗਈ। ਤੇ ਆਖਰੀ ਸ਼ਬਦ ਵਿੱਚ ਅਗਵਾਈ, ਰਾਹ ਦਿਖਾਉਣ ਦਾ ਕੰਮ। 1913 ਵਿੱਚ ਅਮਰੀਕਾ ਵਿੱਚ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਗਦਰ ਪਾਰਟੀ ਦੀ ਸਥਾਪਨਾ ਹੋਈ। Welcome to Punjabi Whiteboard channel. Please like and share video.